ਜ਼ਿਕਰਯੋਗ ਹੈ ਕਿ ਇਸ ਵੇਲੇ ਕੋਵਿਡ-19 ਦੇ ਖਿਲਾਫ ਜੋ ਲੜਾਈ ਸਰਕਾਰ ਵੱਲੋਂ ਲੜੀ ਜਾ ਰਹੀ ਹੈ ਉਹਦੇ ਵਿੱਚ ਸਰਕਾਰੀ ਡਾਕਟਰੀ ਅਮਲਾ ਹੀ ਅੱਗੇ ਹੋ ਕੇ ਲੜ ਰਿਹਾ ਹੈ ਅਤੇ 13,500 ਦੇ ਕਰੀਬ ਇਹ ਨੈਸ਼ਨਲ ਹੈਲਥ ਮਿਸ਼ਨ ਅਧੀਨ ਕੰਮ ਕਰਦੇ ਕਾਮੇ ਜਿਨ੍ਹਾਂ ਵਿੱਚ ਆਯੂਸ਼ ਡਾਕਟਰ ਸ਼ਾਮਲ ਹਨ। ਇਹ ਸਾਰੇ ਇਸ ਜੰਗ ਵਿੱਚ ਲੱਗੇ ਹੋਏ ਸਨ ਅਤੇ ਇਹਨਾਂ ਦੀਆਂ ਤਨਖਾਹਾਂ ਬਹੁਤ ਘੱਟ ਹਨ ਕਿਉਂਕਿ ਇਹਨਾਂ ਦੀ ਭਰਤੀ ਠੇਕੇ 'ਤੇ ਹੋਈ ਹੈ। ਪਿਛਲੇ ਦਿਨੀਂ ਇਹਨਾਂ ਦੀਆਂ ਨਿਗੁਣੀਆਂ ਜਿਹੀਆਂ ਤਨਖਾਹਾਂ ਦੀ ਮੀਡੀਆ ਵਿੱਚ ਬਹੁਤ ਚਰਚਾ ਹੋਣ ਕਰਕੇ ਸਰਕਾਰ ਨੇ ਕਾਹਲੀ ਵਿੱਚ 100-200 ਦੇ ਕਰੀਬ ਕੁਝ ਕੁ ਸਟਾਫ ਦੀ ਤਨਖਾਹ ਵਧਾ ਦਿੱਤੀ ਗਈ ਸੀ ਅਤੇ ਅਮਲੇ ਵੱਲੋਂ ਸਰਕਾਰ ਦੀ ਇਸ ਕਰਕੇ ਸਖਤ ਆਲੋਚਨਾ ਕੀਤੀ ਜਾ ਰਹੀ ਸੀ ਕਿ ਜੋ ਸਟਾਫ ਦਫ਼ਤਰਾਂ ਵਿੱਚ ਮੋਟੇ ਜਿਹੇ ਤੌਰ 'ਤੇ ਬੈਠ ਕੇ ਕੰਮ ਕਰਦਾ ਹੈ ਤਨਖਾਹਾਂ ਉਹਨਾਂ ਦੀਆਂ ਵਧਾਈਆਂ ਗਈਆਂ ਹਨ ਅਤੇ ਜੋ ਫੀਲਡ ਵਿੱਚ ਜਾਂਦੇ ਹਨ ਅਤੇ ਬਹੁਤੀ ਵਾਰ ਸੰਭਾਵੀ ਤੌਰ 'ਤੇ ਕੋਵਿਡ-19 ਤੋਂ ਪੀੜਤ ਹੋ ਸਕਣ ਵਾਲੇ ਮਰੀਜ਼ ਦੇ ਸੰਪਰਕ ਵਿੱਚ ਵੀ ਜੋ ਆਉਂਦੇ ਹਨ ਉਹਨਾਂ ਦੀਆਂ ਤਨਖਾਹਾਂ ਵਿੱਚ ਕੋਈ ਵਾਧਾ ਨਹੀਂ ਕੀਤਾ ਗਿਆ ਅਤੇ ਉਹਨਾਂ ਦੀ ਮਸ਼ੱਕਤ ਨੂੰ ਦਰਜ ਨਹੀਂ ਕੀਤਾ ਜਾ ਰਿਹਾ। ਨੈਸ਼ਨਲ ਹੈਲਥ ਮਿਸ਼ਨ ਕੇਂਦਰ ਦਾ ਪ੍ਰੋਜੈਕਟ ਹੈ ਪਰ ਇਹ ਰਾਜਾਂ ਨੇ ਲਾਗੂ ਕਰਨਾ ਹੁੰਦਾ ਹੈ। ਕਰਮੀਆਂ ਦੀਆਂ ਤਨਖਾਹਾਂ ਦਾ ਅਨੁਪਾਤ ਕੇਂਦਰ ਅਤੇ ਰਾਜ ਸਰਕਾਰ ਦੇ ਜ਼ਿੰਮੇ 40-60 ਦਾ ਹੁੰਦਾ ਹੈ। 40% ਤਨਖਾਹ ਰਾਜ ਸਰਕਾਰ ਨੇ ਦੇਣੀ ਹੁੰਦੀ ਹੈ ਅਤੇ 60% ਤਨਖਾਹ ਕੇਂਦਰ ਸਰਕਾਰ ਵੱਲੋਂ ਦਿੱਤੀ ਜਾਂਦੀ ਹੈ ਪਰ ਭਰਤੀਆਂ ਰਾਜ ਸਰਕਾਰ ਕਰਦੀ ਹੈ। ਰਾਜ ਸਰਕਾਰਾਂ ਆਪਣੀਆਂ ਜ਼ਰੂਰਤਾਂ ਦੇ ਮੁਤਾਬਕ ਇਹ ਪੋਸਟਾਂ ਭਰਦੀਆਂ ਹਨ ਪਰ ਪੰਜਾਬ ਵਿੱਚ ਬਹੁਤ ਸਾਰੀਆਂ ਪੋਸਟਾਂ ਸਿਹਤ ਸੈਕਟਰ ਵਿੱਚ ਖਾਲੀ ਹਨ ਅਤੇ ਮੀਡੀਆ ਵਿੱਚ ਆਮ ਚਰਚਾ ਰਹਿੰਦੀ ਹੈ ਅਤੇ ਆਮ ਰਿਪੋਰਟਾਂ ਛਪਦੀਆਂ ਰਹਿੰਦੀਆਂ ਹਨ ਜਾਂ ਚੈਨਲਾਂ 'ਤੇ ਵਿਚਾਰੀਆਂ ਜਾਂਦੀਆਂ ਰਹਿੰਦੀਆਂ ਹਨ ਕਿ ਰਾਜ ਦੇ ਸਰਕਾਰੀ ਹਸਪਤਾਲਾਂ ਵਿੱਚ ਡਿਸਪੈਂਸਰੀਆਂ ਵਿੱਚ ਸਟਾਫ ਦੀ ਕਿੰਨੀ ਕਿੱਲਤ ਹੈ ਅਤੇ ਡਾਕਟਰ ਬਿਲਕੁਲ ਹੀ ਨਹੀਂ ਹਨ। ਇਸ ਕਰਕੇ ਛੋਟੇ ਸ਼ਹਿਰ ਅਤੇ ਪੰਜਾਬ ਦਾ ਪੇਂਡੂ ਹਿੱਸਾ ਆਮ ਤੌਰ 'ਤੇ ਸਿਹਤ ਸੇਵਾਵਾਂ ਤੋਂ ਸਰਕਾਰੀ ਸਿਹਤ ਸੇਵਾਵਾਂ ਤੋਂ ਵਾਂਝਾ ਰਹਿ ਜਾਂਦਾ ਹੈ। ਮਿਸ਼ਨ ਅਧੀਨ ਕੰਮ ਕਰਦੇ ਮੈਡੀਕਲ ਪੈਰਾਮੈਡੀਕਲ ਸਟਾਫ ਅਤੇ ਦਫ਼ਤਰੀ ਅਮਲੇ ਨੂੰ ਆਪਣੀਆਂ ਵਰਤਮਾਨ ਤਨਖਾਹਾਂ ਤੱਕ ਪੁੱਜਣ ਲਈ ਜਾਂ ਮਾੜੀਆਂ ਮੋਟੀਆਂ ਸਹੂਲਤਾਂ ਲੈਣ ਲਈ ਲੰਬੀ ਜੱਦੋ-ਜਹਿਦ ਕਰਨੀ ਪਈ ਹੈ ਤੇ ਹੁਣ ਵੀ ਇਹ ਬੜੀ ਜੱਦੋ-ਜਹਿਦ ਮਗਰੋਂ ਸਿਹਤ ਮੰਤਰੀ ਤੋਂ ਮੁਲਾਕਾਤ ਲਈ ਸਮਾਂ ਲੈ ਸਕੇ ਸਨ। ਸਿਹਤ ਮੰਤਰੀ ਨੇ ਉਹਨਾਂ ਨੂੰ 28 ਅਪ੍ਰੈਲ ਲਈ ਚੰਡੀਗੜ੍ਹ ਆਪਣੀ ਰਿਹਾਇਸ਼ ਵਿਖੇ ਮਿਲਣ ਦਾ ਸੱਦਾ ਦਿੱਤਾ ਸੀ। ਇਹਨਾਂ ਸਾਰੇ ਕਾਮਿਆਂ ਨੇ ਜ਼ੋਰਦਾਰ ਸ਼ਬਦਾਂ ਵਿੱਚ ਸਿਹਤ ਮੰਤਰੀ ਤੋਂ ਮੰਗ ਕੀਤੀ ਕਿ ਉਹਨਾਂ ਦੀਆਂ ਸੇਵਾਵਾਂ ਨਿਯਮਤ ਕੀਤੀਆਂ ਜਾਣ ਅਤੇ ਉਹਨਾਂ ਨੂੰ ਸਾਰੀਆਂ ਸਹੂਲਤਾਂ ਅਤੇ ਭੱਤੇ ਦਿੱਤੇ ਜਾਣ ਤਾਂ ਕਿ ਉਹ ਪੰਜਾਬ ਦੀ ਵੱਡੀ ਆਬਾਦੀ ਨੂੰ ਸਿਹਤ ਸਹੂਲਤਾਂ ਜੀ ਲਾ ਕੇ ਮੁਹੱਈਆ ਕਰਵਾ ਸਕਣ। ਹਾਲਾਂਕਿ ਉਹ ਪਹਿਲਾਂ ਹੀ ਇਹ ਕਾਰਜ ਬਹੁਤ ਵਿਆਪਕ ਰੂਪ ਵਿੱਚ ਚਲਾ ਰਹੇ ਹਨ। ਜ਼ਿਕਰਯੋਗ ਹੈ ਕਿ ਇਸ ਮਿਸ਼ਨ ਅਧੀਨ ਹੁੰਦੀ ਨਵੀਂ ਭਰਤੀ ਲਈ ਤਨਖਾਹਾਂ ਬਿਲਕੁਲ ਹੀ ਘੱਟ ਹਨ। ਮਿਸਾਲ ਵਜੋਂ ਜੇ ਨਵਾਂ ਇਨਫੋਰਮੇਸ਼ਨ ਸਹਾਇਕ ਭਰਤੀ ਕੀਤਾ ਜਾਂਦਾ ਹੈ ਜਾਂ ਕੋਈ ਨਵਾਂ ਲੈਬ ਟੈਕਨੀਸ਼ੀਅਨ ਭਰਤੀ ਕੀਤਾ ਜਾਂਦਾ ਹੈ ਤਾਂ ਉਸ ਨੂੰ 6500 ਰੁਪਏ ਮਾਤਰ ਤਨਖਾਹ ਮਿਲੇਗੀ। ਇੱਕ ਹੋਰ ਮਿਸਾਲ ਵਜੋਂ ਨਵਾਂ ਸ਼ਹਿਰ ਵਿੱਚ ਲੈਬ ਟੈਕਨੀਸ਼ੀਅਨ ਵਜੋਂ ਕੰਮ ਕਰਦੇ ਅਰੁਣ ਦੱਤ ਦੀ ਜੇ ਵਰਤਮਾਨ ਤਨਖਾਹ ਦੀ ਗੱਲ ਕਰਾਂ ਤਾਂ ਇਹ 13,000 ਰੁਪਏ ਮਹੀਨਾ ਬਣਦੀ ਹੈ ਅਤੇ ਉਸ ਨੂੰ ਕਾਠਗੜ੍ਹ ਤੋਂ ਨਵਾਂ ਸ਼ਹਿਰ ਹਰ ਰੋਜ਼ ਆਉਣਾ ਪੈਂਦਾ ਹੈ ਕਿਉਂਕਿ ਸ਼ਹਿਰ ਵਿੱਚ ਘਰ ਲੈਣ ਦੀ ਉਸਦੀ ਪੁੱਜਤ ਨਹੀਂ ਹੈ ਇੰਨੀ ਨਿਗੁਣੀ ਜਿਹੀ ਤਨਖਾਹ ਕਰਕੇ। ਅਤੇ ਇਸ ਵੇਲੇ ਕੋਵਿਡ-19 ਕਰਕੇ ਜਦੋਂ ਸਰਕਾਰੀ ਟਰਾਂਸਪੋਰਟ ਬੰਦ ਹੈ, ਆਵਾਜਾਈ ਦੇ ਹੋਰ ਸਾਧਨ ਸਾਰੇ ਬੰਦ ਹਨ ਤਾਂ ਉਸ ਨੂੰ ਬੜੀ ਜੱਦੋ-ਜਹਿਦ ਕਰਨੀ ਪੈਂਦੀ ਹੈ ਆਪਣੀ ਨੌਕਰੀ 'ਤੇ ਪੁੱਜਣ ਲਈ, ਆਪਣੀ ਕਰਮ ਭੂਮੀ 'ਤੇ ਪੁੱਜਣ ਲਈ ਅਤੇ ਇਹੋ ਹਾਲ ਹੋਰ ਪੈਰਾਮੈਡੀਕਲ ਸਟਾਫ ਦਾ ਹੈ। ਬਹੁਤ ਸਾਰੇ ਕਾਮਿਆਂ ਦੀ ਹਾਲਤ ਇਸੇ ਤਰ੍ਹਾਂ ਦੀ ਹੈ ਅਤੇ ਦਿਲਚਸਪ ਗੱਲ ਇਹ ਹੈ ਕਿ ਮਿਸ਼ਨ ਅਧੀਨ ਕੰਮ ਕਰਦੇ ਬਹੁਤੇ ਸਟਾਫ ਕਰਮੀ ਬਹੁਤ ਪੜ੍ਹੇ ਲਿਖੇ ਆਪਣੀ ਲੋੜੀਂਦੀ ਯੋਗਤਾ ਤੋਂ ਕਿਤੇ ਵੱਧ ਯੋਗਤਾ ਪ੍ਰਾਪਤ ਹਨ ਅਤੇ ਇਹਨਾਂ ਨੂੰ ਪੱਕਿਆਂ ਕਰਨਾ ਸਰਕਾਰ ਲਈ ਕੋਈ ਔਖਾ ਨਹੀਂ ਹੈ ਕਿਉਂਕਿ ਸਿਹਤ ਸੈਕਟਰ ਵਿੱਚ ਬਹੁਤ ਸਾਰੀਆਂ ਅਸਾਮੀਆਂ ਖਾਲੀ ਹਨ। ਅਰੁਣ ਦੱਤ ਦੀ ਹੀ ਜੇ ਗੱਲ ਕੀਤੀ ਜਾਵੇ ਨਵਾਂ ਸ਼ਹਿਰ ਵਾਲੇ ਮੁਲਾਜ਼ਮ ਦੀ ਤਾਂ ਉਸਨੇ ਹੀ ਦੱਸਿਆ ਕਿ ਲੈਬ ਟੈਕਨੀਸ਼ੀਅਨਸ ਦੀਆਂ 350 ਅਸਾਮੀਆਂ ਖਾਲੀ ਹਨ। ਇਸੇ ਤਰ੍ਹਾਂ ਹੋਰ ਵੀ ਬਹੁਤ ਸਾਰੀਆਂ ਅਸਾਮੀਆਂ ਖਾਲੀ ਹਨ ਜਿਨ੍ਹਾਂ 'ਤੇ ਇਹਨਾਂ ਨੂੰ ਐਡਜਸਟ ਕੀਤਾ ਜਾ ਸਕਦਾ ਹੈ। ਜ਼ਿਕਰਯੋਗ ਹੈ ਕਿ TV ਪੰਜਾਬ ਵੱਲੋਂ ਪਿਛਲੇ ਦਿਨੀਂ ਇਸ ਮਿਸ਼ਨ ਅਧੀਨ ਕੰਮ ਕਰਦੀਆਂ ਨਰਸਾਂ ਜੋ ਮਲਟੀ ਹੈਲਥ ਪਰਪਜ਼ ਵਰਕਰਜ਼
ਜੋ ਇਸੇ ਮਿਸ਼ਨ ਅਧੀਨ ਕੰਮ ਕਰ ਰਹੀਆਂ ਹਨ ਅਤੇ ਠੇਕੇ 'ਤੇ ਉਹਨਾਂ ਦੀ ਭਰਤੀ ਹੋਈ ਹੈ, ਉਹਨਾਂ ਨੂੰ ਪੱਕਿਆ ਨਹੀਂ ਕੀਤਾ ਗਿਆ ਅਤੇ ਜਿਨ੍ਹਾਂ ਦੀ 10 12 17 15 ਸਾਲਾਂ ਮਗਰੋਂ ਵੀ ਤਨਖਾਹ 17-18 ਹਜ਼ਾਰ ਹੋਈ ਹੈ ਅਤੇ ਉਹ ਇਸ ਵੇਲੇ ਫੀਲਡ ਵਿੱਚ ਜਾ ਕੇ ਪਿੰਡ ਲੋਕਾਂ ਦੇ ਘਰ ਜਾ ਕੇ ਸਰਵੇ ਕਰ ਰਹੀਆਂ ਹਨ ਅਤੇ ਕਰੋਨਾ ਤੋਂ ਪੀੜਤ ਮਰੀਜ਼ਾਂ ਦੀ ਸ਼ਨਾਖਤ ਕਰ ਰਹੀਆਂ ਹਨ। ਇਸ ਵੇਲੇ ਉਹਨਾਂ ਦੀ ਨੌਕਰੀ ਬਹੁਤ ਖਤਰੇ ਭਰੀ ਹੈ, ਬਹੁਤ ਜੋਖਮ ਭਰੀ ਹੈ। ਅਜਿਹੇ ਦੌਰ ਵਿੱਚ ਉਹਨਾਂ ਲਈ ਇੰਨੀਆਂ ਨਿਗੁਣੀਆਂ ਤਨਖਾਹਾਂ ਬਹੁਤ ਨਮੋਸ਼ੀ ਭਰੀ ਗੱਲ ਹੈ ਅਤੇ ਇਹਨਾਂ ਕਾਮਿਆਂ ਦਾ ਵਡੱਪਣ ਇਹ ਹੈ ਕਿ ਜਦੋਂ ਸਰਕਾਰ ਇਹਨਾਂ ਨੂੰ ਤਵੱਜੋ ਨਹੀਂ ਦਿੰਦੀ, ਇਹਨਾਂ ਦੀ ਸੁਣਵਾਈ ਨਹੀਂ ਕਰਦੀ, ਇਹਨਾਂ ਦੇ ਦੁੱਖਾਂ ਦੀ ਥਾਂ ਨਹੀਂ ਪਾਉਣਾ ਚਾਹੁੰਦੀ, ਇਹਨਾਂ ਦੀ ਬਾਂਹ ਨਹੀਂ ਫੜਦੀ, ਤਾਂ ਇਹ ਇੱਕ ਵਾਰ ਤਾਂ ਇਹਨਾਂ ਵਿੱਚੋਂ ਬਹੁਤੇ ਮੈਂਬਰ ਇੱਕ ਵਾਰੀ ਸੋਚ ਲੈਂਦੇ ਹਨ ਜਾਂ ਰੋਸਾ ਕਰਦੇ ਹਨ, ਜ਼ਾਹਰ ਕਰਦੇ ਹਨ ਕਿ ਇਹ ਹੜਤਾਲ 'ਤੇ ਚਲੇ ਜਾਣਗੇ ਇੱਕਦਮ। ਬਿਲਕੁਲ ਇਸੇ ਪੜਾਅ 'ਤੇ ਕੋਵਿਡ-19 ਦੌਰਾਨ ਜਦੋਂ ਜੰਗ ਚੱਲ ਰਹੀ ਹੈ, ਆਪਣੇ ਸਿਖਰਾਂ 'ਤੇ ਹੈ, ਤਾਂ ਇਹ ਆਖਦੇ ਹਨ ਕਿ ਅਸੀਂ ਕੰਮ ਛੱਡ ਦਿਆਂਗੇ। ਪਰ ਜਦੋਂ ਇਹਨਾਂ ਨੂੰ ਸੁਚੇਤ ਰੂਪ ਵਿੱਚ ਪੁੱਛਿਆ ਜਾਵੇ ਕਿ ਕੀ ਤੁਸੀਂ ਹੜਤਾਲ 'ਤੇ ਜਾਓਗੇ, ਤਾਂ ਇਹ ਬਹੁਤ ਸਹਿਜ ਨਾਲ ਆਖਦੇ ਹਨ, ਬੜੀ ਪਕਿਆਈ ਨਾਲ, ਕਿ ਨਹੀਂ, ਇਹ ਇਸ ਵੇਲੇ ਹੜਤਾਲ 'ਤੇ ਨਹੀਂ ਜਾਣਗੇ, ਇਸ ਵੇਲੇ ਇਹ ਇਸ ਜੰਗ ਵਿੱਚ ਪਿੱਠ ਨਹੀਂ ਦਿਖਾਉਣਗੇ। ਕੋਵਿਡ-19 ਦੀ ਜੰਗ ਜਿੱਤਣ ਤੋਂ ਬਾਅਦ ਦੇਖਿਆ ਜਾਵੇਗਾ ਕਿ ਸੰਘਰਸ਼ ਕਿਸ ਰੁੱਖ ਸ਼ੁਰੂ ਕਰਨਾ ਹੈ ਅਤੇ ਇਹ ਕੀ ਰੁੱਖ ਅਖਤਿਆਰ ਕਰੇਗਾ। ਜ਼ਿਕਰਯੋਗ ਹੈ ਕਿ ਹਾਲ ਦੀ ਘੜੀ ਇਹਨਾਂ ਨੂੰ ਸਿਹਤ ਮੰਤਰੀ ਨੇ ਭਰੋਸਾ ਦਿਵਾਇਆ ਹੈ ਕਿ ਤੁਸੀਂ ਕਰੋਨਾ ਦੀ ਜੰਗ ਜਿੱਤ ਕੇ ਦਿਓ ਅਤੇ ਤੁਹਾਨੂੰ ਪੱਕਿਆਂ ਕਰਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਜਾਵੇਗੀ। ਇਹ ਆਪਣੀ ਕੀਤੀ ਨਿਭਾ ਰਹੇ ਹਨ, ਸਿਰ ਦੇ ਕੇ ਬੜੇ ਸਿਰੜ ਨਾਲ। ਇਹ ਨੈਸ਼ਨਲ ਹੈਲਥ ਮਿਸ਼ਨ ਅਧੀਨ ਕੰਮ ਕਰਦੇ ਕਾਮੇ ਆਪਣੀ ਕੀਤੀ ਨਿਭਾ ਰਹੇ ਹਨ, ਆਪਣਾ ਵਾਅਦਾ ਪੁਗਾ ਰਹੇ ਹਨ। ਹੁਣ ਦੇਖਣਾ ਇਹ ਹੈ ਕਿ ਕੀ ਸਰਕਾਰ ਇਹ ਵਾਅਦਾ ਪੂਰਾ ਕਰਦੀ ਹੈ। TV ਪੰਜਾਬ ਨੇ ਪਿਛਲੇ ਦਿਨੀ ਇਹਨਾਂ ਨੈਸ਼ਨਲ ਹੈਲਥ ਮਿਸ਼ਨ ਅਧੀਨ ਕੰਮ ਕਰਦੀਆਂ ਨਰਸਾਂ ਦਾ ਮਾਮਲਾ ਜ਼ੋਰ ਸ਼ੋਰ ਨਾਲ ਉਭਾਰਿਆ ਸੀ ਅਤੇ ਅਸੀਂ ਕਿਤੇ ਨਾ ਕਿਤੇ ਇਹ ਵੀ ਮੰਨਦੇ ਹਾਂ ਕਿ ਸਾਡੀ ਵੀਡੀਓ 'ਤੇ ਹੀ ਕਿਧਰੇ ਨਾ ਕਿਧਰੇ ਸਰਕਾਰ ਨੂੰ ਸੋਚਣ ਲਈ ਮਜਬੂਰ ਹੋਣਾ ਪਿਆ ਹੈ। TV ਪੰਜਾਬ ਲਈ ਮੈਂ ਦਵਿੰਦਰ ਕੌਰ। ਸਤਿ ਸ਼੍ਰੀ ਅਕਾਲ ਜੀ, ਮੈਂ ਨਿਰਮਲ ਮਾਨ ਪੂਰਾ ਟੈਕਸ ਸੈਟਲਮੈਂਟ ਤੋਂ। ਇਹ ਤੁਸੀਂ ਵੀਡੀਓ ਦੇਖ ਰਹੇ ਸੀ TV ਪੰਜਾਬ ਦੇ ਉੱਤੇ। ਇਹੋ ਜਿਹੇ ਹੋਰ ਜਾਣਕਾਰੀ ਭਰਪੂਰ ਵੀਡੀਓ ਦੇਖਣ ਵਾਸਤੇ TV ਪੰਜਾਬ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਹੇਠ ਦਿੱਤੇ ਹੋਏ ਬੈਲ ਆਈਕਨ ਦੇ ਬਟਨ ਦਬਾਓ। ਸਤਿ ਸ਼੍ਰੀ ਅਕਾਲ।